ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਜਦੋਂ ਮਾਂ ਦੇ ਜ਼ਿੰਦਾ ਨਾ ਹੋਣ ਦੀ ਖਬਰ ਮਿਲੀ ਤੁਹਾਨੂੰ, ਹਾਂਜੀ, ਉਹ ਕਿੱਦਾਂ ਖਬਰ ਮਿਲੀ ਸੀ ਤੇ ਕੀ ਮਹਿਸੂਸ ਕੀਤਾ ਉਹ ਉਦੋਂ? ਖਬਰ ਜੀ ਅੱਜ ਤੋਂ 2 ਸਾਲ ਪਹਿਲਾਂ ਜਦੋਂ ਸਾਡੀ ਉਹ ਟੈਲੀਫੋਨ ਤੇ ਗੱਲ ਹੋਣ ਲੱਗ ਗਈ ਨਾ, ਉਸ ਵੇਲੇ ਮੈਨੂੰ ਮੇਰੇ ਭਰਾ ਨੇ ਦੱਸਿਆ ਵੀ ਮਾਂ ਫੌਤ ਹੋ ਗਈ ਸੀ। ਕਿੱਦਾਂ ਫੌਤ ਹੋਈ ਪਹਿਲਾਂ ਤਾਂ ਕਹਿੰਦਾ ਮੈਂ ਆਣ ਕੇ ਇੱਥੇ ਦੱਸੂ, ਅਜੇ ਆਪਣਾ ਮੇਲ ਹੋ ਗਿਆ ਦੱਸੂ। ਫਿਰ ਉਹਨੇ ਦੱਸਿਆ ਵੀ ਤੁਹਾਡੀਆਂ ਪਰੇਸ਼ਾਨੀਆਂ 'ਚ ਉਹਦਾ ਦਿਮਾਗ ਫੇਲ ਹੋ ਗਿਆ। ਫਿਰ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਤੀ, ਚੋਰੀ ਉੱਠ ਕੇ। ਛੋਟਾ ਜਿਹਾ ਸੀਗਾ, ਕੁੱਛੜ ਸੀ ਉਹਦੇ, ਉਹਨੇ ਜਾ ਕੇ ਨਹਿਰ 'ਚ ਛਾਲ ਮਾਰਤੀ। ਇਹ ਤਾਂ ਉਹਦੀ ਮੌਤ ਹੋਈ ਹੈ। ਭਰਾ ਨੂੰ ਮਿਲ ਕੇ ਕਿਵੇਂ ਲੱਗਿਆ? ਬਹੁਤ ਖੁਸ਼ੀ ਹੋਈ ਆ, ਬਹੁਤ ਚੰਗਾ ਲੱਗਿਆ। ਤੇ ਹੁਣ ਕੀ ਚਾਹਣਾ ਫਿਰ? ਹੁਣ ਮੈਂ ਚਾਹੁੰਦਾ ਵੀ ਸਾਡਾ ਵੀਜ਼ਾ ਲੱਗ ਜਾਵੇ ਤੇ ਮੈਂ ਫੇਰ ਦੁਬਾਰੇ ਫੇਰ ਮਿਲਾਂ, ਸਹੀ ਤੋਂ ਸਹੀ। ਬਾਪ ਮੇਰੇ ਕੰਡਲੀ ਹੁੰਦੀ ਤੇ ਪਾਈ ਪਾਈਆਂ ਦੀਆਂ ਬਾਵਾਂ, ਪਾਈ ਪਾਈਆਂ ਦੇ ਦਰਦ ਵੰਡੋਂਦੇ ਬਾਪ ਮੇਰੇ ਕੰਡਲੀ ਦੀ ਹੁੰਦੀ ਤੇ ਪਾਈ ਪਾਈਆਂ ਦੀਆਂ ਬਾਵਾਂ, ਉਹ ਪਾਈ ਪਾਈਆਂ ਦੇ ਦਰਦ ਵੰਡੋਂਦੇ ਤੇ ਮਾਵਾਂ ਠੰਡੀਆਂ ਛਾਵਾਂ। बिस्मिल्लाहिर्रहमानिर्रहीम, अस्सलाम वालेकुम। मैं हूं कामरान महमूद और आप देख रहे हैं नया पाकिस्तान। नाजरीन, आज हम मौजूद हैं एक ऐसे शख्स के पास जो कि 74 साल पहले जब बर्रे सगीर की तकसीम हुई थी, यानी बर्रे सगीर को 2 आज़ाद रियासतों में तकसीम कर दिया गया था, यानी पाकिस्तान और हिंदुस्तान। तो ये अपने भाई से जो है वो जुदा हो गए थे। तो 74 साल बाद यानी कुछ दिन कबल ये अपने भाई से दोबारा मिले हैं और आए इनसे बात करते हैं और इनकी कहानी इन्हीं की ज़ुबानी सुनते हैं। अस्सलाम वालेकुम। वालेकुम सलाम। क्या हाल है जी आपका? ठीक है जी। अच्छा बाबा जी मैनू ये दसो तुसी कि 74 साल पहला जो होया, हाँ जी, 74 साल पहला तुसी अपने भाई तो जुदा होए, हाँ जी। की कहानी पई सी? ਕਹਾਣੀ ਇਹ ਪਈ ਸੀ ਕਿ ਜੀ ਅਸੀਂ ਜੁਦਾ ਹੋ ਗਏ ਹੈ ਜੀ। ਇਹ ਛੋਟਾ ਜਿਹਾ ਸੀਗਾ, 6 ਮਹੀਨਿਆਂ ਦਾ, ਸਾਲ ਦਾ 6 ਮਹੀਨਿਆਂ ਦਾ। ਮੇਰੀ ਮਾਂ ਦੇ ਕੁਛੜ ਸੀ, ਇਹ ਮੇਰੀ ਮਾਂ ਲੈ ਗਈ ਨਾਨਕਿਆਂ ਦੇ ਮਿਲ, ਸਾਥੋਂ ਕੋਈ 20-25 ਮੀਲ ਦੂਰ ਸੀਗੇ। ਸਾਨੂੰ ਪਿੱਛੋਂ ਹੱਲਾ ਪੈ ਗਿਆ, ਵੱਢ ਟੋਕ ਹੋਣ ਲੱਗ ਗਈ। ਜਿਸ ਵੇਲੇ ਵੱਢ ਟੋਕ ਹੋਣ ਲੱਗ ਗਈ, ਉੱਥੇ ਦੀ ਬਹੁਤ ਦੁਨੀਆ ਮਰੀ ਆ। ਅਤੇ ਪਿਓ ਮੇਰਾ ਉੱਥੇ ਹੀ ਮਾਰਤਾ ਸੀਗਾ। ਇੱਕ ਭੈਣ ਸੀ, ਇੱਕ ਮੈਂ ਸੀਗਾ। ਅਸੀਂ ਦੋਵੇਂ ਭੈਣ ਭਰਾ। ਫਿਰ ਨਾ ਮੇਰੀ ਮਾਸੀ ਦਾ ਪੁੱਤ ਸੀ, ਫਿਰ ਉਹਦੇ ਨਾਲ ਅਸੀਂ ਰਲ ਕੇ ਤੁਰ ਪਏ। ਉਹ ਸਾਨੂੰ ਇੱਧਰ ਪਾਕਿਸਤਾਨ 'ਚ ਲੈ ਆਇਆ। ਪਾਕਿਸਤਾਨ 'ਚ ਲਿਆ ਕੇ ਭੈਣ ਮੇਰੀ ਕੈਂਪ ਸਾਡਾ ਲੱਗਾ ਸੀ ਜਨਾਹ ਕਲੋਨੀ, ਅਤੇ ਉੱਥੇ ਕੈਂਪ ਲੱਗਾ ਸੀਗਾ। ਭੈਣ ਮੇਰੀ ਮੁੜ ਕੇ ਬਿਮਾਰ ਸਫ਼ਰ ਦੇ ਵਿੱਚ ਆਈ, ਅੱਗੇ ਪਿੱਛੇ ਹੈ ਨਹੀਂ। ਮੇਰੇ ਤੋਂ ਛੋਟੀ ਸੀ ਉਹ, ਅਤੇ 5-7 ਸਾਲਾਂ ਦੀ ਹੋਊਗੀ। ਅਤੇ ਉਹ ਮੁੜ ਕੇ ਜੀ ਬਿਮਾਰ ਹੋਈ ਅਤੇ ਉੱਥੇ ਉਹ ਫੌਤ ਹੋ ਗਈ। ਉਸ ਤੋਂ ਬਾਅਦ ਫਿਰ ਜੀ ਅਸੀਂ ਬਾਹਰ ਪਿੰਡਾਂ ਨਿਕਲ ਗਏ। ਰੂੜੀ ਚਾਕਾ ਜੰਗਲੀਆਂ ਦਾ, ਉੱਥੇ ਨੰਬਰਦਾਰ ਆ ਖਾਨ ਉਹਦੇ ਨਾਂ ਸੀ। ਅਤੇ ਉੱਥੇ ਆਏ ਅਤੇ ਉਹਨਾਂ ਨੇ ਸਾਨੂੰ ਫਿਰ ਬੜਾ ਸਾਂਭਿਆ, ਜੰਗਲੀਆਂ ਨੇ। ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਇਹੜਾ 74 ਸਾਲ ਦਾ ਅਰਸਾ ਗੁਜ਼ਰਿਆ, ਹਾਂਜੀ। ਆਪਣੇ ਭਾਈ ਤੋਂ ਅਲੱਗ ਰਹੇ ਤੁਸੀਂ, ਤਾਂ ਆਪਣੇ ਭਰਾ ਤੋਂ ਅਲੱਗ ਰਹੇ ਹੋ, ਆਪਣੀ ਮਾਂ ਤੋਂ ਅਲੱਗ ਰਹੇ ਹੋ। ਇਸ ਸਾਰੇ ਅਰਸੇ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਯਾਦ ਕਰਦੇ ਸੀ? ਬਹੁਤ ਯਾਦ ਤਾਂ ਕਰੀਦਾ ਜੀ। ਪਰੇਸ਼ਾਨੀਆਂ ਹੁਣ ਮਜਬੂਰੀਆਂ ਕੀ ਕਰ ਸਕਦੇ ਸੀਗੇ। ਯਾਦ ਤਾਂ ਆਉਂਦੇ, ਦਾਸਤਾਨ ਆਉਂਦੀ ਸੀਗੀ ਹਰ ਵੇਲੇ ਵੀ ਮਾਂ ਪਿਓ ਹੁੰਦਾ। ਹੁਣ ਵੀ ਅਸੀਂ ਉਹਨਾਂ ਦੀ ਖਿਦਮਤ ਕਰਦੇ, ਮਾਂ ਪਿਓ ਦੀ, ਅਤੇ ਖਿਦਮਤ ਕਰਦੇ। ਹੁਣ ਜਦੋਂ ਹੈ ਹੀ ਕੋਈ ਨਹੀਂ ਸੀ, ਕੀ ਕਰਨਾ ਸੀਗਾ, ਮਜਬੂਰੀਆਂ ਸੀ। ਉਹ ਤੋਂ ਸਬਰ ਆ, ਫਿਰ ਚੁੱਪ ਕਰਕੇ ਬਹਿ ਗਿਆ। ਕੀ ਕਰ
ਕੀ ਕਰ ਸਕਦੇ ਸੀ, ਕੁਛ ਨਹੀਂ ਸੀ ਅਸੀਂ ਕਰ ਸਕਦੇ। ਪਰੇਸ਼ਾਨੀਆਂ ਤਾਂ ਫਿਰ ਆਈਆਂ ਬਹੁਤ। ਅੱਛਾ ਬਾਬਾ ਜੀ ਇਹ ਦੱਸੋ ਕਿ ਜਦੋਂ ਤੁਸੀਂ ਪਾਕਿਸਤਾਨ ਆ ਗਏ ਹਾਂਜੀ ਉਸ ਤੋਂ ਬਾਅਦ ਆਪਣੀ ਮਾਂ ਨੂੰ ਇੱਕ ਦਫਾ ਵੀ ਨਹੀਂ ਤੁਸੀਂ ਦੇਖ ਸਕੇ, ਨਹੀਂ ਠੀਕ ਹੈ, ਤੇ ਉਸ ਅਰਸੇ ਵਿੱਚ ਜੋ ਹੈ ਉਹ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਕੋਸ਼ਿਸ਼ ਕੀਤੀ ਤੁਸੀਂ? ਅਸੀਂ ਬਹੁਤ ਕੋਸ਼ਿਸ਼ ਕੀਤੀ ਆ ਜੀ, ਜੇ ਇੰਡੀਆ 'ਚ ਵੀ ਕੋਈ ਬੰਦੇ ਆਏ ਉਹਨਾਂ ਨੂੰ ਮਗਰ ਵੀ ਦੌੜੇ ਆ, ਫਿਰ ਪੁੱਛਣਾ ਵੀ ਬਜ਼ੁਰਗਾਂ ਦੇ ਦਰਬਾਰਾਂ 'ਤੇ ਜਾ ਕੇ ਪੁੱਛਣਾ ਵੀ ਪਾਉਂਦੇ ਰਹੇ ਆ ਹੈਂ। ਫਿਰ ਉਹ ਦਰਬਾਰਾਂ 'ਤੇ ਇੱਕ ਜਨ ਹਾਜ਼ਰ ਹੁੰਦਾ ਸੀਗਾ ਉਹ ਦਰਬਾਰ 'ਤੇ, ਉੱਥੇ ਪੁੱਛਣਾ ਪਵਾਈ। ਉਹਨਾਂ ਨੇ ਕਿਹਾ ਜੇ ਤਾਂ ਤੁਸੀਂ ਕੀਤੀ ਕੋਸ਼ਿਸ਼ ਤੁਹਾਡਾ ਭਰਾ ਮਿਲ ਪਊਗਾ, ਜੇ ਕੋਸ਼ਿਸ਼ ਨਾ ਕੀਤੀ ਫਿਰ ਨਹੀਂ। ਅਸੀਂ ਉੱਥੇ ਵੀ ਪੁੱਛਣਾ ਪਾਉਂਦੇ ਰਹੇ ਆ, ਬੜੀ ਕੋਸ਼ਿਸ਼ ਕੀਤੀ ਆ, ਨਹੀਂ ਮਿਲ ਸਕੇ। ਕੋਈ ਗੱਲ ਨਹੀਂ। ਅੱਛਾ ਆਪਣੀ ਮਾਂ ਤੇ ਆਪਣੇ ਭਰਾ ਦੀ ਯਾਦ ਵਿੱਚ ਕਿਸ ਤਰ੍ਹਾਂ ਵਕਤ ਸਰਫ ਕਰਦੇ ਸੀ? ਕੀ ਕਰਨਾ, ਪਰੇਸ਼ਾਨੀਆਂ ਬਹੁਤ ਪਰੇਸ਼ਾਨੀ ਹੁੰਦੀ ਰਹੀ ਹੈ। ਮਾਂ ਨੂੰ ਯਾਦ ਕਰਦੇ, ਇਹੀ ਯਾਦ ਕਰਦੇ ਸੀ ਵੀ ਸਾਡਾ ਮਾਂ ਪਿਓ ਹੁੰਦਾ, ਅਸੀਂ ਉਹਦੀ ਤਾਬਿਆਦਾਰੀ, ਉਹਦੀ ਖਿਦਮਤ ਕਰਦੇ। ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਪਹਿਲੀ ਦਫਾ ਤੁਹਾਨੂੰ ਇਹ ਉਮੀਦ ਜਾਗੀ ਸੀ ਜਾਂ ਪਹਿਲੀ ਦਫਾ ਤੁਹਾਡੀ ਗੱਲ ਹੋਈ ਸੀ ਆਪਣੇ ਭਰਾ ਦੇ ਨਾਲ, ਹਾਂਜੀ। ਤੇ ਕੀ ਅਹਿਸਾਸ ਸੀਗੇ? ਉਹ ਪਹਿਲੇ ਜੀ ਅਸੀਂ 255 'ਚ ਇੱਥੇ ਆ ਗਏ ਨਾ, ਤੇ ਆਪਣੇ 255 ਚਾਕਾ ਸਾਡਾ ਸਰਾਖ ਨੰਬਰਦਾਰ ਆ, ਇਹਨਾਂ ਕੋਲ ਅਸੀਂ ਕਹਾਣੀ ਪਾ ਛੱਡਣੀ ਯਾਰ ਮੇਰਾ ਭਰਾ ਉਧਰ ਵਿਛੜ ਗਿਆ, ਰਹਿ ਗਿਆ, ਤੇ ਇਹਨਾਂ ਨੂੰ ਕਹਿ ਕੋਈ ਛੱਡਣਾ। ਇਹਨਾਂ ਨੇ ਫਿਰ ਢਿੱਲੋਂ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੂੰ ਸੱਦਿਆ, ਉਹ ਆਏ ਸਾਡੇ ਕੋਲ, ਮੇਰਾ ਇੰਟਰਵਿਊ ਉਹਨਾਂ ਨੇ ਲਿਆ। ਜਿਹੜੀਆਂ ਗੱਲਾਂ ਮੇਰੇ ਯਾਦ ਸੀਗੀਆਂ ਉਹ ਮੈਂ ਉਹਨਾਂ ਨੂੰ ਦੱਸੀਆਂ। ਉਹਨਾਂ ਢਿੱਲੋਂ ਸਾਹਿਬ ਨੇ ਲੈ ਕੇ ਇੰਟਰਵਿਊ, ਤੇ ਉਹਨੇ ਕਿਹਾ ਵੀ ਜੇ ਜਿੰਦਾ ਹੋਇਆ ਤੇ ਮਿਲ ਪੂ 1-2 ਦਿਨਾਂ 'ਚ, ਅਗਰ ਮਰ ਗਿਆ ਤੇ ਰੌਲਾ ਨਹੀਂ ਪੜਿਆ। ਉਹਨੇ ਇੰਟਰਵਿਊ ਲੈ ਕੇ ਤੇ ਉਹਨੇ ਜੀ ਨੱਠ 'ਤੇ ਚਾੜਤਾ, ਤੇ ਉਹਨੇ ਡਾਕਟਰ ਸਾਹਿਬ ਦਾ ਟੈਲੀਫੋਨ ਆ ਗਿਆ ਇੰਡੀਆ 'ਚੋਂ, ਤੇ ਉਹਨੇ ਕਿਹਾ ਜੀ ਉਹ ਮੁੰਡਾ ਸਾਡੇ ਕੋਲ ਆ। ਮੁੜ ਕੇ ਫਿਰ ਉਹ ਬਾਅਦ 'ਚ ਆਏ ਆ 30 ਕੁ ਦਿਨ ਸਾਡੀ ਆਣ ਕੇ, ਉਹਨਾਂ ਨੇ ਫਿਰ ਮੁਲਾਕਾਤ ਕਰਾਈ ਸਾਰਿਆਂ ਜੀਆਂ ਦੀ। ਮੇਰੀ ਜਿੰਨੀ ਫੈਮਿਲੀ ਸੀਗੀ ਉਹ ਸੱਦ ਕੇ ਉਹਨਾਂ ਨੇ ਨਾ ਫਿਰ ਉਹ ਮੁਲਾਕਾਤ ਸਾਡੀ ਕਰਾਈ ਇੱਥੇ। ਅੱਛਾ ਬਾਬਾ ਜੀ 74 ਸਾਲ ਦਾ ਬੜਾ ਅਰਸਾ ਹੁੰਦਾ, ਤੇ ਇਹਦੇ ਵਿੱਚ ਮਤਲਬ ਤੁਹਾਡੀ ਗੱਲਬਾਤ ਵੀ ਕੋਈ ਨਹੀਂ ਸੀ ਹੁੰਦੀ ਆਪਣੇ ਭਰਾ ਦੇ ਨਾਲ, ਕੋਈ ਨਹੀਂ। ਤੇ ਕਿੱਦਾਂ ਉਮੀਦ ਜਾਗੀ? ਕੋਈ ਤੁਹਾਡੇ ਉਮੀਦ ਹੈ ਸੀ ਕਿ ਉਹ ਜ਼ਿੰਦਾ ਨੇ ਹਜੇ ਤੱਕ? ਹਾਂਜੀ ਇਹ ਇੰਨਾ ਕੁ ਪਤਾ ਲੱਗਦਾ ਸੀ ਵੀ ਜਿੰਦਾ, ਇਹ ਇੰਨਾ ਕੁ ਪਤਾ ਲੱਗਦਾ ਸੀਗਾ ਵੀ ਜਿੰਦਾ। ਮਾਂ ਦਾ ਪਤਾ ਲੱਗਾ ਵੀ ਉਹ ਫੌਤ ਹੋ ਗਈ ਆ। ਅੱਛਾ ਬਾਬਾ ਜੀ ਜਦੋਂ ਪਹਿਲੀ ਦਫਾ ਗੱਲ ਹੋਈ ਤੇ ਤੁਹਾਡੀ ਵੀਡੀਓ ਤੇ ਵੀ ਗੱਲਾਂ ਬਾਤਾਂ ਤੁਹਾਡੀਆਂ ਹੁੰਦੀਆਂ ਰਹੀਆਂ ਉਹਨਾਂ ਦੇ ਨਾਲ, ਹਾਂਜੀ ਤੇ ਉਦੋਂ ਕਿੱਦਾਂ ਦਾ ਮਹਿਸੂਸ ਕਰਦੇ ਸੀ? ਬੜਾ ਮਹਿਸੂਸ ਕੀਤਾ ਜੀ, ਬਹੁਤ ਪਰੇਸ਼ਾਨੀਆਂ ਸਾਰੀਆਂ, ਹਰ ਸ਼ਾਹ ਸਾਹਮਣੇ ਆ ਗਈ, ਉਸ ਵੇਲੇ ਨਜ਼ਰ ਆਈ। ਮਾਂ ਪਿਓ ਭੈਣਾਂ ਭਰਾ ਸਾਰੇ ਵੀ ਸਾਡੇ ਨਾਲ ਕੀ ਹੋਇਆ, ਕਿੱਦਾਂ ਹੋਈ, ਪਰੇਸ਼ਾਨੀ ਬਣਨੀ ਆ ਗਈ। ਤੇ ਬਾਬਾ ਜੀ ਜਿਹੜੇ ਲੋਕ ਤੁਹਾਨੂੰ ਉੱਥੇ ਲੈ ਕੇ ਗਏ ਨੇ ਤੇ ਉੱਥੇ ਤੁਹਾਨੂੰ ਜਾ ਕੇ ਮਿਲਵਾਇਆ, ਹਾਂਜੀ ਜਦੋਂ ਉੱਥੇ ਜਾ ਕੇ ਮਿਲਣ 'ਚ ਕੁਛ ਟਾਈਮ ਰਹਿੰਦਾ ਸੀਗਾ, ਤੇ ਉਦੋਂ ਕਿੱਦਾਂ ਦਾ ਮਹਿਸੂਸ ਕਰਦੇ ਸੀ? ਕੀ ਮਹਿਸੂਸ ਕਰਨਾ ਸੀਗਾ ਜੀ, ਬੜੀ ਖੁਸ਼ੀ ਵਾਲੀ ਇਜ਼ਹਾਰ ਹੋਇਆ, ਬਹੁਤ ਮਿਲੇ ਹਾਂ ਅਸੀਂ, ਬੜੇ ਖੁਸ਼ ਹੋਏ ਹਾਂ। ਉਸ ਤੋਂ ਬਾਅਦ ਜਿਸ ਵੇਲੇ ਉਹ ਫੇਰ ਜਾਣ ਲੱਗੇ, ਟਾਈਮ ਥੋੜ੍ਹਾ ਜਿਹਾ ਸਾਡੇ ਕੋਲ ਗੱਲਬਾਤ ਨਹੀਂ ਹੋਈ, ਸਿਰਫ ਮਿਲਾਪ ਹੀ ਹੋਇਆ। ਫੈਮਿਲੀ ਮੇਰੀ ਸਾਰੀ ਅਸੀਂ ਲਗਾਏ ਸੀਗੇ ਉੱਥੇ, ਤੇ ਬਾਰਡਰ 'ਤੇ ਸਾਰੇ ਲਗਾਏ ਸੀਗੇ, ਤੇ ਮੁੜ ਕੇ ਟਾਈਮ ਥੋੜ੍ਹਾ ਹੀ ਸਾਡੇ ਕੋਲ ਨਹੀਂ ਨਹੀਂ ਗੱਲਬਾਤ ਕੋਈ ਵੀ ਨਹੀਂ ਜੀ ਹੋਈ, ਬਸ ਐਵੇਂ ਮਿਲਣ ਗਿਲ ਨਹੀਂ ਹੋਇਆ। ਫਿਰ ਉੱਧਰ ਨੂੰ ਚਲੇ ਗਿਆ, ਮੁੜ ਕੇ ਫਿਰ ਪਰੇਸ਼ਾਨੀ ਬਣ ਗਈ, ਉਹੀ ਹਰ ਸ਼ਾਹ ਖਾ ਕੇ ਨਜ਼ਰ ਆਉਂਦੀ ਸੀ, ਫਿਰ ਉਹੀ ਰੋਣ ਪਿੱਟਣ ਬਣ ਗਿਆ, ਪਰੇਸ਼ਾਨੀ। ਉਹ ਵੀ ਰੋਂਦਾ ਸੀ, ਅਸੀਂ ਵੀ ਰੋਂਦੇ। ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਜਦੋਂ ਮਾਂ ਦੇ ਜ਼ਿੰਦਾ ਨਾ ਹੋਣ ਦੀ ਖਬਰ ਮਿਲੀ ਤੁਹਾਨੂੰ, ਉਹ ਕਿੱਦਾਂ ਖਬਰ ਮਿਲੀ ਸੀ ਤੇ ਕੀ ਮਹਿਸੂਸ ਕੀਤਾ ਉਹ ਉਦੋਂ? ਖਬਰ ਜੀ ਅੱਜ ਤੋਂ 2 ਸਾਲ ਪਹਿਲਾਂ ਜਦੋਂ ਸਾਡੀ ਉਹ ਟੈਲੀਫੋਨ 'ਤੇ ਗੱਲ ਹੋਣ ਲੱਗ ਗਈ ਨਾ, ਉਸ ਵੇਲੇ ਮੈਨੂੰ ਮੇਰੇ ਭਰਾ ਨੇ ਦੱਸਿਆ ਵੀ ਮਾਂ ਫੌਤ ਹੋ ਗਈ ਸੀ। ਕਿੱਦਾਂ ਫੌਤ ਹੋਈ, ਪਹਿਲਾਂ ਤਾਂ ਕਹਿੰਦਾ ਮੈਂ ਆਣ ਕੇ ਇੱਥੇ ਦੱਸੂ, ਜੇ ਆਪਣਾ ਮੇਲ ਹੋ ਗਿਆ ਦੱਸੂ। ਫਿਰ ਉਹਨੇ ਦੱਸਿਆ ਵੀ ਤੁਹਾਡੀਆਂ ਪਰੇਸ਼ਾਨੀਆਂ 'ਚ ਉਹਦਾ ਦਿਮਾਗ ਫੇਲ ਹੋ ਗਿਆ। ਫਿਰ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਤੀ, ਚੋਰੀ ਉੱਠ ਕੇ। ਛੋਟਾ ਜਿਹਾ ਸੀਗਾ, ਕੁੱਛੜ ਸੀ ਉਹਦੇ, ਉਹਨੇ ਜਾ ਕੇ ਨਹਿਰ 'ਚ ਛਾਲ ਮਾਰਤੀ, ਇਹ ਤਾਂ ਉਹਦੀ ਮੌਤ ਆਈ ਹੈ।
ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਗਵਰਨਮੈਂਟ ਆਫ ਪਾਕਿਸਤਾਨ ਨੇ ਹਾਂਜੀ ਜਿਹੜੀ ਇਹ ਰਾਹਦਾਰੀ ਬਣਾਈ ਆ ਹਾਂਜੀ। ਜਿਹਦੇ ਤਵੱਸੁਦ ਦੇ ਨਾਲ ਤੁਸੀਂ ਆਪਣੇ ਭਰਾ ਨੂੰ ਮਿਲੇ ਹੋ, ਹਾਂਜੀ ਇਹਦੇ ਬਾਰੇ 'ਚ ਕੀ ਕਹੋਗੇ? ਇਹਦੇ ਬਾਰੇ ਇਹ ਕਵਾਂ ਇਮਰਾਨ ਖਾਨ ਦਾ ਅੱਲਾ ਭਲਾ ਕਰੇ, ਸਾਡੀ ਵੀ ਉਮਰ ਉਹਨੂੰ ਲਾਵੇ। ਸਿੱਧੂ ਖਾਨ ਦਾ ਵੀ ਅੱਲਾ ਭਲਾ ਕਰੇ, ਜਿਨ੍ਹਾਂ ਨੇ ਇਹ ਰਾਹਦਾਰੀ ਖੋਲੀ, ਸਾਡੇ ਮੇਲ ਹੋਗਾ ਤੇ ਖੁੱਲੀ ਰੱਖੇ, ਹੋਰ ਵੀ ਕਈ ਵਿਛੜੇ ਮਿਲ ਜਾਣਗੇ। ਅੱਛਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਹਕੂਮਤ ਪਾਕਿਸਤਾਨ ਦੇ ਨਾਮ ਕੀ ਪੈਗਾਮ ਦਿਓਗੇ? ਵਾਹ ਮੈਂ ਜੀ ਸਾਨੂੰ ਵੀਜ਼ਾ ਦਿੱਤਾ ਜਾਵੇ ਉਹਨੂੰ, ਹੈ ਜੀ ਅਸੀਂ ਆਉਣ ਜਾਣ ਲੱਗ ਜਾਈਏ, ਸਾਨੂੰ ਆਸਾਨੀ ਹੋ ਜਾਵੇ, ਸਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣ। ਸਿੱਧੂ ਸਾਹਿਬ ਦੀ ਮਿਹਰਬਾਨੀ ਹੈ ਤੇ ਸਾਨੂੰ ਦੋਵਾਂ ਹਕੂਮਤਾਂ ਅੱਗੇ ਅਪੀਲ ਕਰਦੇ ਹਾਂ ਵੀ ਸਾਨੂੰ ਆਉਣ ਜਾਣ ਦਾ ਕੋਈ ਵੀਜ਼ਾ ਦਿੱਤਾ ਜਾਵੇ। ਮੇਰਾ ਨਾਮ ਜੀ ਸ਼ਰਾਕ ਆ, ਮੈਂ ਚੱਕ ਨੰਬਰ 255 ਬੋਗੜਾਂ ਦਾ ਮੈਂ ਰਿਹਾਇਸ਼ੀ ਹਾਂ, ਲੰਬੜਦਾਰ। ਇਹ ਸਦੀਕ ਸਾਹਿਬ ਮੈਨੂੰ ਮੁਖਤਲਿਫ ਟਾਈਮ ਅਰਸਾ 6-7 ਸਾਲ ਤੋਂ ਮੁਖਤਲਿਫ ਟਾਈਮ 'ਚ ਕਹਿੰਦੇ ਰਹਿੰਦੇ ਸੀ ਮੇਰੇ ਵਾਲਦਾ ਤੇ ਮੇਰੇ ਭਾਈ ਇਹ ਇੰਡੀਆ ਰਹਿ ਗਏ ਆ, ਅਗਰ ਉਹਨਾਂ ਦੀ ਕੋਈ ਸੂਹ ਲੱਗੇ, ਉਹਨਾਂ ਦਾ ਕੋਈ ਪਤਾ ਚੱਲੇ ਤਾਂ ਉਹ ਮੈਨੂੰ ਦੱਸਣਾ ਲਾਜ਼ਮੀ ਆ। ਤੇ ਮੇਰੇ ਦੋਸਤ ਨਾਸਰ ਢਿੱਲੋਂ ਸਾਹਿਬ ਪੰਜਾਬੀ ਲੈਜ਼ਰ ਚੈਨਲ ਚਲਾਉਂਦੇ ਆ, ਉਹਨਾਂ ਨਾਲ ਮੈਂ ਰਾਬਤਾ ਕੀਤਾ ਤੇ ਉਹਨਾਂ ਨੂੰ ਇੱਥੇ ਆਪਣੇ ਕੋਲ ਬੁਲਾ ਕੇ ਇਹਨਾਂ ਦਾ ਇੱਕ ਵੀਡੀਓ ਸ਼ਾਟ ਪਾਇਆ ਉਹਨਾਂ ਨੇ YouTube ਚੈਨਲ 'ਤੇ। ਉੱਥੇ ਡਾਕਟਰ ਜਗਸੀਰ ਸਿੰਘ ਆ, ਉਹਨਾਂ ਨੇ ਦੂਸਰੇ ਤੀਸਰੇ ਦਿਨ ਹੀ ਦੇਖਿਆ, ਉਹਨਾਂ ਨੇ ਫੌਰੀ ਸਾਡੇ ਨਾਲ ਰਾਬਤਾ ਕੀਤਾ। 1.5 ਸਾਲ ਪਹਿਲੇ ਇਹਨਾਂ ਦੀ ਫ਼ੋਨ 'ਤੇ ਗੱਲ ਹੋਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਫਿਰ ਵੀਜ਼ੇ ਲਈ ਉਹਨਾਂ ਨੇ ਸਾਨੂੰ ਸਪਾਂਸਰ ਭੇਜਿਆ ਇੰਡੀਆ ਤੋਂ, ਲੇਕਿਨ ਉਹ ਕਰੋਨਾ ਦੀ ਵਾਇਸ ਨਹੀਂ ਬਣ ਸਕਿਆ, ਉਹ ਪੈਂਡਿੰਗ ਰਹਿ ਗਈ ਗੱਲ। ਫਿਰ ਅਸੀਂ ਕਰਤਾਰਪੁਰ ਦਾ ਪਲਾਨ ਕੀਤਾ, ਡਾਕਟਰ ਜਗਸੀਰ ਸਿੰਘ ਨੇ, ਮੈਂ ਤੇ ਨਾਸਰ ਢਿੱਲੋਂ ਸਾਹਿਬ ਨੇ। ਫਿਰ ਕਰਤਾਰਪੁਰ ਬਾਰਡਰ 'ਤੇ ਇਹਨਾਂ ਨੂੰ ਲੈ ਕੇ ਗਏ, ਉੱਥੇ ਆਪਣਾ ਉੱਥੇ ਇਹਨਾਂ ਦੀ ਮੁਲਾਕਾਤ ਹੋਈ। ਉਹ ਸਾਰੇ ਦੋਸਤਾਂ ਨੇ ਦੇਖਿਆ ਹੋਊਗਾ ਮੁਖਤਲਿਫ ਚੈਨਲਾਂ ਦੇ ਥਰੂ, ਬੜੇ ਇਮੋਸ਼ਨਲ ਲਮਹਾਤ ਸੀਗੇ, ਹਰ ਬੰਦੇ ਦੀ ਅੱਖ ਭਰ ਆਈ ਉਹਨਾਂ ਨੂੰ ਦੇਖ ਕੇ ਰੋਂਦਿਆਂ ਹੋਇਆਂ ਨੂੰ। 75 ਸਾਲਾਂ ਬਾਅਦ ਤੇ ਦੋਨੇ ਭਰਾ ਮਿਲੇ ਸੀਗੇ। ਅਸੀਂ ਗੌਰਮੈਂਟ ਪਾਕਿਸਤਾਨ ਅੱਗੇ ਅਪੀਲ ਕਰਦੇ ਹਾਂ ਕਿ ਇਹ ਰਾਹਦਾਰੀ ਖੁੱਲ੍ਹੀ ਰਹੇ, ਹੋਰ ਵੀ ਹਬੀਬ ਤੇ ਸਦੀਕ ਇਹ ਵਿਛੜੇ ਹੋਏ ਭਰਾ ਜਿਹੜੇ ਜਿੱਦਾਂ ਮਿਲੇ ਆ, ਹੋਰ ਵੀ ਹਬੀਬ ਸਦੀਕ ਤੇ ਇਸ ਰਾਹਦਾਰੀ ਦੇ ਥਰੂ ਮਿਲ ਸਕਣ। ਇੱਕ ਹੋਰ ਗੁਜ਼ਾਰਿਸ਼ ਇਹ ਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਵੀਜ਼ਾ ਦਿੱਤਾ ਜਾਵੇ, ਕਿਉਂਕਿ ਉਮਰਾਂ ਦਾ ਤਕਾਜ਼ਾ ਇਹ ਆ ਕਿ ਜਲਦੀ ਤੋਂ ਜਲਦੀ ਵੀਜ਼ਾ ਮਿਲ ਜਾਏਗਾ ਤੇ ਇਹ ਆਪਣੀ ਕੋਈ ਜ਼ਿੰਦਗੀ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਆਪਣੀਆਂ ਨਾ ਇੱਦਾਂ ਹੀ ਜਿੱਦਾਂ ਦਰਦ ਭਰੀ ਜ਼ਿੰਦਗੀ ਪਹਿਲੇ ਸੀਗੀ, ਉਸੇ ਤਰ੍ਹਾਂ ਹੀ ਇਹ ਫਿਰ ਕਿਸੇ ਮਤਲਬ ਦਰਦ ਭਰੀ ਕਹਾਣੀ ਨੂੰ ਲੈ ਕੇ ਇਸ ਦੁਨੀਆ ਤੋਂ ਗੁਜ਼ਰ ਨਾ ਜਾਣ, ਉਸ ਤੋਂ ਪਹਿਲੇ ਇਹਨਾਂ ਦੀ ਮੁਲਾਕਾਤ ਹੋ ਜਾਵੇ। ਹਾਂ ਠੀਕ ਹੈ, ਜਿੱਦਾਂ ਤੁਸੀਂ ਠੀਕ ਹੈ ਨਾ? ਬਸ ਠੀਕ ਹੈ, ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿੱਦਾਂ ਇਹ ਇਹਨਾਂ ਦੀ ਦਰਦ ਭਰੀ ਜ਼ਿੰਦਗੀ ਆ, ਬੜੀ ਦਰਦ ਭਰੀ ਇਮੋਸ਼ਨਲ ਜ਼ਿੰਦਗੀ ਆ, ਮੈਂ ਇਹ ਚਾਹੁੰਦਾ ਇਹਨਾਂ ਨੂੰ ਜਲਦੀ ਤੋਂ ਜਲਦੀ ਵੀਜ਼ਾ ਮਿਲ ਜਾਵੇ। ਇਹ ਨਾ ਹੋ ਸਕੇ ਇਹ ਆਪਣੀ ਦਰਦ ਭਰੀ ਕਹਾਣੀ ਲੈ ਕੇ ਇੱਦਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਣ, ਉਸ ਤੋਂ ਪਹਿਲੇ ਇਹਨਾਂ ਦੀ ਮੁਲਾਕਾਤ ਹੋਣੀ ਚਾਹੀਦੀ ਹਬੀਬ ਦੀ ਤੇ ਸਦੀਕ ਦੀ। ਚਲੋ ਬਹਿ ਕੇ ਆਪਣੇ ਬਚਪਨ ਦੀਆਂ ਗੱਲਾਂ ਕਰ ਲੈਣ, ਆਪਣੀ ਮਾਂ ਦੀਆਂ ਗੱਲਾਂ ਕਰ ਲੈਣ, ਆਪਣੇ ਵਾਲਦ ਦੀਆਂ, ਹਬੀਬ ਪੁੱਛੇ, ਸਦੀਕ ਆਪਣੇ ਮਾਂ ਦੀਆਂ ਗੱਲਾਂ ਪੁੱਛੇ, ਔਰ ਕੋਈ ਆਪਣੇ ਦੁੱਖ ਹਲਕੇ ਕਰਨ। ਅਸੀਂ ਵਜ਼ੀਰ ਆਜ਼ਮ ਪਾਕਿਸਤਾਨ ਅੱਗੇ ਔਰ ਨਰਿੰਦਰ मोदी ਅੱਗੇ जी ਅੱਗੇ भी अपील करते हैं कि इन्होंने जल्दी तो जल्दी वीज़ा दिता जाए। जी तो नाजरीन, जैसे कि आपने ये सारा वाक़या सुना, इसमें नहायत अहम चीज़ ये है कि आज़ादी कितनी बड़ी नेमत है कि इनके जैसे बेशुमार लोग जो अपने माल को, अपने घरों को छोड़कर, अपने अजीज़ व अकारब को छोड़कर पाकिस्तान की तरफ हिजरत कर आए, जहाँ एक तरफ इनको पाकिस्तान आने की खुशी थी, आज़ादी की खुशी थी, वहीं दूसरी जानब अपने अजीज़ व अकारब से जुदाई का गम भी था। अपना ख्याल रखिएगा, हमें दीजिए इजाज़त, अल्लाह हाफ़िज़। बाप मेरे कंड नींदी होंदी ते पाई पाइयां दियां बावां, पाई पाइयां दे दर्द वंडो दे बाप मेरे कंड नींदी होंदी ते पाई पाइयां दियां बावां, ओ पाई पाइयां दे दर्द वंडो दे ते मावां ठंडियां शां
ਤੇ ਖੇਡਣ ਮਿਲ ਕੇ ਨਾਲ ਨਾ ਟੁਰੇ ਤੇ ਸੁੱਟ ਗਿਆ ਡੂਬ ਗਿਆ ਫਿਕਰਾਂ ਪਾਟੀ ਰੇ ਪੁਰਾਣੀ ਵਾਂਗੂ ਤੇ ਟੰਗ ਗਏ ਨਾਲੇ ਕਿਕਰਾਂ